प्रभु वाल्मीकि साहिब जी। सतनाम। सो गुरु प्यारी गुरु सवारी सर्व साध संगत जीओ, बड़े बड़े धर्मी पुरख नामी पुरख उस रब दे भगत प्यारे इस मात लोक दी संसार उपर धरती उपर परमात्मा ने भेजे हुए आए ने, परमात्मा ने भेजे आए ने। वो जीव जिन्हों ने रब्बी धर्म कमाया है, रब्बी नाम कमाया है, वो रब दी भगती वाले गुण कमाए है। सोना धर्मी भगती नामी पुरखों नूं बड़े बड़े संकट भोगने पे है। ये दुनियादारी ने मात लोग दे जीवन ने उन्होंने दुख दिते है, पर उन्होंने जीवां ने दुख सह के दुख हंडा के भी सुख नूं पाउणा कीता है, आनंद नूं पाउणा कीता है। अते जिन्हां ने दुख दिते है संकट दिते उन्होंने भी आनंद ही बख्शिश किया है, सुख ही बख्शिश किया है। उन्होंने भी खैर मंगी है, भला मंगया है। उन्होंने रब्बी रूहां ने धर्मी रूहां ने कहंदे बाणी पापी पाप कमावन वाला अपनी अग विच सड़ जाता है, धर्मी बंदा धर्म कमा के स्वर्ग की पौड़ी चढ़ जाता है। सुपापी बंदा अधर्मी पुरख अपनी ही लगाई हुई अग विच सड़ जाता है, अपनी ही पट्टी हुई कबर विच डिग पैंदा है। कबर पटदा है दूसरे वास्ते, पर डिगदा वो आप ही है। जो धर्मी है उस धर्म के मार्ग से चलदे चलदे धर्म की पौड़ी से चढ़दे चढ़दे एक दिन वो मंजिल नूं पाउणा कर लैंदा है, जिसनूं आनंद कहंदे है, भगवंत कहंदे है। वो मंजिल नूं पा लैंदा है धर्मी मार्ग से चलदे चलदे। सो इहो जी एक रूह हुई है जिन्हें धर्म कमाया है, भगती कमाई है, नाम कमाया प्रभु परमेश्वर का, उस अकाल पुरख के नाम की कमाई की है, अपने आप में भेटा किया है वो चरणों में। इहो जी एक रब्बी रूह हुई है। उस रब्बी रूह की एक साखी आती है कौमी ग्रंथ ज्ञान प्रकाश के 43 अंग ते 43 ते। उत्थे साखी आती है दुनी चंद कर पुत्री जन्मे नेक औलाद, यू हरनाशक दैत्य का जम्या पुत प्रहलाद। सो शाहूकार दुनी चंद होए है, जिला अमृतसर होया है। अमृतसर के जिले में पट्टी नगर होया है। सो पट्टी नगर के निवासी है दुनी चंद जी। सो अपनी मैं विच है, अपने हंकार विच है, पर इहो जे हंकारी दे घर दे अंदर रब की भगती प्रगट हुंदी है, वो रब्बी धर्म प्रगट हुंदा है, वो रब्बी नामा प्रगट हुंदा है, वो रब्बी रूह प्रगट हुंदी है। वो रब्बी रूह का नामा आउंदा है बीबी रजनी जी। बीबी रजनी नामा आउंदा है। हुण कहंदे है
ਕਿ 7 ਧੀਆਂ ਨੇ ਸ਼ਾਹੂਕਾਰ ਦੁਨੀ ਚੰਦ ਦੀਆਂ। ਇੱਕ ਵਾਰ ਕਥਾ ਕਹਾਣੀ ਕੀ ਆਉਂਦੀ ਹੈ, ਹਉਮੈ ਦਾ ਸ਼ਿਕਾਰ ਹੋਇਆ, ਹਉਮੈ ਦੇ ਜਾਲ 'ਚ ਫਸਿਆ ਉਹ ਜੀਵ ਆਪਣੇ ਪਰਿਵਾਰ ਨੂੰ ਇਕੱਠਿਆਂ ਕਰਦਾ ਹੈ, ਨੌਕਰਾਂ ਚਾਕਰਾਂ ਨੂੰ ਇਕੱਠਿਆਂ ਕਰਦਾ ਹੈ, ਸਵਾਲ ਕਰਦਾ ਹੈ ਕਿ ਤੁਸੀਂ ਕਿਸ ਦਾ ਦਿੱਤਾ ਖਾ ਰਹੇ ਹੋ। ਆਪਣੀਆਂ ਪੁੱਤਰੀਆਂ ਨੂੰ, ਪਰਿਵਾਰ ਨੂੰ, ਨੌਕਰਾਂ ਚਾਕਰਾਂ ਨੂੰ, ਸੇਵਾਦਾਰ ਨੂੰ, ਸਾਰਿਆਂ ਨੂੰ ਇਕੱਠਿਆਂ ਕਰਕੇ ਪੁੱਛਦਾ ਹੈ, ਭਾਈ ਤੁਸੀਂ ਕਿਸ ਦਾ ਦਿੱਤਾ ਖਾ ਰਹੇ ਹੋ। ਸੋ ਸਾਰੇ ਕਹਿੰਦੇ ਹੈ ਕਿ ਤੁਸੀਂ ਸਾਡੇ ਮਾਲਕ ਹੋ, ਅਸੀਂ ਆਪ ਦਾ ਦਿੱਤਾ ਖਾ ਰਹੇ ਹਾਂ, ਆਪ ਦਾ ਦਿੱਤਾ ਹੰਢਾ ਰਹੇ ਹਾਂ, ਆਪ ਦੀ ਦਿੱਤੀ ਹੋਈ ਛੱਤ ਸਾਡੇ ਸਿਰ ਤੇ ਹੈ। ਸੋ ਪੁੱਤਰੀਆਂ ਤੋਂ ਪੁੱਛਿਆ ਗਿਆ, ਪਤਨੀ ਤੋਂ ਪੁੱਛਿਆ, ਨੌਕਰਾਂ ਚਾਕਰਾਂ ਤੋਂ ਪੁੱਛਿਆ, ਸਾਰਿਆਂ ਨੇ ਇੱਕੋ ਜਵਾਬ ਦਿੱਤਾ, ਮਾਲਕ ਤੁਸੀਂ ਹੋ, ਤੁਹਾਡਾ ਦਿੱਤਾ ਅਸੀਂ ਹੰਢਾ ਰਹੇ ਹਾਂ, ਤੁਸੀਂ ਸਾਨੂੰ ਸੁੱਖ ਬਖਸ਼ਿਸ਼ ਕੀਤਾ, ਅਸੀਂ ਸੁੱਖ ਹੰਢਾ ਰਹੇ ਹਾਂ। ਪਰ ਸਭ ਤੋਂ ਛੋਟੀ ਹੈ ਉਹ ਪ੍ਰਭੂ ਦੀ ਪਿਆਰੀ, ਪ੍ਰਭੂ ਦੇ ਨਾਮ ਸਿਮਰਨ ਨਾਲ ਜੁੜੀ ਆਤਮਾ, ਪ੍ਰਭੂ ਰੂਪੀ ਧਰਮ ਦੇ ਨਾਲ ਜੁੜੀ ਆਤਮਾ, ਉਹ ਹੈ ਬੀਬੀ ਰਜਨੀ। ਦਾਸ ਹੈ ਪ੍ਰਮਾਤਮਾ ਦੀ, ਭਗਤ ਹੈ ਪ੍ਰਮਾਤਮਾ ਦੀ। ਕਹਿੰਦੇ ਨੇ ਕਿ ਹਰ ਯੁੱਗ ਵਿੱਚ ਭਗਤ ਹੋਏ ਹੈ, ਸੰਤ ਹੋਏ ਹੈ, ਧਰਮੀ ਪੁਰਖ ਹੋਏ ਹੈ, ਉਹਨਾਂ ਤੇ ਦੁੱਖ ਆਏ, ਸੰਕਟ ਆਏ ਹੈ, ਉਹਨਾਂ ਭਗਤ ਪਿਆਰਿਆਂ ਦੀ ਰੱਖਿਆ ਸੰਭਾਲ ਉਹ ਪ੍ਰਮਾਤਮਾ ਨੇ ਆਪ ਰੱਖਣੀ ਕੀਤੀ ਹੈ। ਉਹਨਾਂ ਦੇ ਦੁੱਖਾਂ ਨੂੰ ਆਪ ਹਰਨਾ ਕੀਤਾ, ਸੁੱਖ ਬਖਸ਼ਿਸ਼ ਕੀਤਾ ਹੈ। ਜੇ ਬਾਣੀ 'ਚ ਆਉਂਦਾ ਹੈ ਨਾ ਕਿ ਯੁਗ ਯੁਗ ਭਗਤ ਅਪਾਇਆ ਪੈਜ ਰੱਖਦਾ ਆਇਆ ਮੇਰੇ RAM ਰਾਜੇ। ਆਪਣੇ ਭਗਤਾਂ ਦੀ ਆਪ ਪੈਜ ਰੱਖਦਾ ਹੈ, ਆਪ ਰੱਖਿਆ ਕਰਦਾ ਹੈ, ਆਪ ਸੰਭਾਲ ਕਰਦਾ ਹੈ ਜੋ ਉਹ 'ਤੇ ਵਿਸ਼ਵਾਸ ਕਰਦੇ ਨੇ, ਜਦੋਂ ਉਹਦੇ ਨਾਮ ਵਿੱਚ, ਧਰਮ ਵਿੱਚ ਰੰਗੇ ਰਹਿੰਦੇ ਹਰ ਵੇਲੇ, ਉਹਨਾਂ ਦੀ ਆਪ ਦੇਖ ਰੇਖ ਸੰਭਾਲ ਉਹ ਪ੍ਰਮਾਤਮਾ ਕਰਦਾ ਹੈ। ਭਗਤ ਕਰੇਗਾ ਜੋ ਤੇਰੀ, ਤੂੰ ਉਸਦੇ ਕਾਜ ਸਵਾਰਦਾ। ਜਿਹੜਾ ਜੀਵ ਉਹਦੀ ਭਗਤੀ ਕਰਦਾ ਹੈ, ਉਹਦੇ ਕਾਜ ਪ੍ਰਮਾਤਮਾ ਆਪ ਹੀ ਸਵਾਰ ਲੈਂਦਾ ਹੈ, ਸਵਾਰ ਦਿੰਦਾ ਹੈ, ਨਿਖਾਰ ਦਿੰਦਾ ਹੈ, ਖੁਸ਼ੀਆਂ ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਜੱਗ ਭਾਵੇਂ ਦੁੱਖ ਦੇਵੇ, ਜੱਗ ਭਾਵੇਂ ਕਸ਼ਟ ਦੇਵੇ, ਪਰ ਉਹ ਉਹਨੂੰ ਕਸ਼ਟ ਨਹੀਂ ਦਿੰਦਾ, ਦੁੱਖ ਨਹੀਂ ਦਿੰਦਾ, ਉਹ ਤਾਂ ਸੁੱਖ ਹੀ ਦੇਵੇਗਾ, ਆਨੰਦ ਹੀ ਦੇਵੇਗਾ। ਸੋ ਇਹੋ ਜਿਹੀ ਕਥਾ ਕਹਾਣੀ ਹੈ ਇੱਕ ਬੀਬੀ ਰਜਨੀ ਜੀ ਦੀ। ਸ਼ਰਧਾਵਾਨ ਹੈ ਪ੍ਰਮਾਤਮਾ ਦੀ, ਉਹ ਲੇਖ ਵਿਦਾਤਾਂ ਦੀ। ਹੁਣ ਪਿਤਾ ਪੁੱਛਦਾ ਹੈ ਕਿ ਰਜਨੀ ਤੁਸੀਂ ਕਿਸ ਦਾ ਦਿੱਤਾ ਖਾ ਰਹੇ ਹੋ, ਤੁਸੀਂ ਨਹੀਂ ਦੱਸ ਰਹੇ, ਤੁਹਾਡਾ ਹਿਰਦਾ ਕੀ ਬੋਲਦਾ ਹੈ। ਤਾਂ ਬੀਬੀ ਰਜਨੀ ਜੀ ਕਿ ਪਿਤਾ ਸ਼੍ਰੀ, ਆਪਾਂ ਸਾਰੇ ਜੀਵ, ਇਹ ਸਾਰਾ ਸੰਸਾਰ ਉਹ ਪ੍ਰਮਾਤਮਾ ਦਾ, ਅਕਾਲ ਪੁਰਖ ਦਾ, ਉਹ ਆਦਿ ਕਵੀ ਜਗਤ ਗੁਰੂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਦਿੱਤਾ ਖਾ ਰਹੇ ਹਾਂ। ਜੋ ਬੱਲੇ 100 ਰੁਪਏ ਅਸਰ ਅਮਰ, ਤ੍ਰਿਕਾਲਦਰਸ਼ੀ ਸ੍ਰਿਸ਼ਟੀ ਕਰਤਾ ਵਾਲਮੀਕੀ ਦੇਵਾਨ ਜੀ ਕੀ ਜੈ। ਅਸੀਂ ਉਸ ਆਦਿ ਕਵੀ ਦਾ ਦਿੱਤਾ ਹੋਏ ਖਾ ਰਹੇ ਹਾਂ, ਜਿਸ ਆਦਿ ਕਵੀ ਨੇ ਰਾਮਚੰਦਰ ਦੇ ਜਨਮ ਤੋਂ ਪਹਿਲਾਂ ਹੀ ਰਮਾਇਣ ਦੀ ਰਚਨਾ ਕੀਤੀ, ਉਹਨਾਂ ਦੇ ਲੇਖ ਦੀ ਰਚਨਾ ਕੀਤੀ, ਜੀਵਨ ਬਿਆਨ ਕਰ ਦਿੱਤਾ। ਆਹ ਸੁੱਖ ਹੰਢਾਉਣਾ ਹੈ, ਆਹ ਸੰਘਰਸ਼ ਕਰਨਾ ਹੈ, ਆਹ ਜੰਗ ਲੜਨੀ ਹੈ, ਆਹ ਖਾਣਾ ਹੈ, ਪੀਣਾ ਹੈ, ਆਹ ਤੇਰੇ ਸੰਗੀ ਸਾਥੀ ਹੋਣਗੇ। ਇਹ ਸਾਰਾ ਪਹਿਲਾਂ ਹੀ ਬਿਆਨ ਕਰ ਦਿੱਤਾ ਕਿ ਸਾਡਾ ਵੀ ਲੇਖ ਵਿਦਾਤਾ ਉਹੀ ਹੈ, ਉਹ ਪਰਮਾਤਮਾ ਹੀ ਹੈ। ਉਹਦਾ ਦਿੱਤਾ ਅਸੀਂ ਸਾਰੇ ਜੀਵ ਖਾ ਰਹੇ ਹਾਂ, ਉਹਦਾ ਦਿੱਤਾ ਅਸੀਂ ਸਾਰੇ ਜੀਵ ਹੰਢਾ ਰਹੇ ਹਾਂ। ਸਾਡੀ ਤੁਹਾਡੀ ਕੋਈ ਗੱਲ ਨਹੀਂ ਹੈ। ਸੋ ਇੰਨੀ ਗੱਲ ਤੇ ਪਿਤਾ ਬੜਾ ਕ੍ਰੋਧ ਹੋਇਆ, ਬੜਾ ਗੁੱਸਾ ਕੀਤਾ। ਸਭ ਤੋਂ ਛੋਟੀ ਹੈ ਪਰ ਸਾਨੂੰ ਮੱਤਾਂ ਦੇ ਰਹੀ ਹੈ, ਸਭ ਤੋਂ ਛੋਟੀ ਹੈ, ਸਾਨੂੰ ਮੱਤਾਂ ਦੇ ਰਹੀ ਹੈ, ਗਿਆਨ ਦੇ ਰਹੀ ਹੈ। ਸਾਰਿਆਂ ਨੇ ਮੰਨ ਲਿਆ, ਸਾਰਿਆਂ ਨੇ ਕਬੂਲ ਕਰ ਲਿਆ ਕਿ ਮਾਲਕ ਅਸੀਂ ਤੁਹਾਡਾ ਹੀ ਦਿੱਤਾ ਖਾ ਰਹੇ ਹਾਂ, ਪਰ ਇਹ ਨਹੀਂ ਮੰਨਦੀ। ਉਹਨਾਂ ਦੀ ਮਾਤਾ ਹੈ,
ਮਾਤਾ ਨੇ ਸਮਝਾਉਣਾ ਕੀਤਾ ਕਿ ਨਹੀਂ, ਤੁਹਾਡਾ ਪਿਤਾ ਹੈ, ਗੱਲ ਮੰਨ ਲੈ, ਆਨੰਦ ਚ ਰਹੇਗੀ, ਸੁੱਖ ਚ ਰਹੇਗੀ। ਪਰ ਬੀਬੀ ਰਜਨੀ ਨਹੀਂ ਮੰਨਦੀ ਕਿ ਨਹੀਂ, ਅਸੀਂ ਤਾਂ ਪਰਮਾਤਮਾ ਦਾ ਦਿੱਤਾ ਖਾ ਰਹੇ ਹਾਂ। ਇਹ ਆਪਣੀ ਮੈਂ ਵਿੱਚ ਅਹੰਕਾਰ ਨੂੰ ਛੱਡੇ, ਫਿਰ ਵੇਖੇ ਇਹ ਸਾਰੀ ਸੋਝੀ ਆ ਜਾਣੀ ਹੈ। ਪਰ ਸ਼ਾਹੂਕਾਰ ਨਹੀਂ ਮੰਨਦਾ, ਪਿਤਾ ਨਹੀਂ ਮੰਨਦਾ ਕਿ ਨਹੀਂ, ਬਸ ਮੈਂ ਹੀ ਮੈਂ ਹਾਂ, ਮੈਂ ਹੀ ਭਗਵਾਨ ਹੈ, ਮੈਂ ਹੀ ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹਾਂ, ਅੰਨਦਾਤਾ ਹੈ ਮੈਂ ਸਾਰਿਆਂ ਦਾ, ਮੇਰਾ ਦਿੱਤਾ ਸਾਰੇ ਜੀਵ ਖਾ ਰਹੇ ਆ। ਸੋ ਬੀਬੀ ਰਜਨੀ ਇਹ ਗੱਲ ਕਬੂਲ ਨਹੀਂ ਕਰਦੀ ਤੇ ਗੁੱਸੇ ਵਿੱਚ ਕ੍ਰੋਧ ਵਿੱਚ ਆ ਕੇ ਕੀਤਾ ਕੀ ਹੈ, ਇੱਕ ਭਾਲ ਕੀਤੀ ਹੈ ਮਨੁੱਖ ਦੀ, ਇਹੋ ਜਿਹੇ ਮਨੁੱਖ ਦੀ ਭਾਲ ਕੀਤੀ ਹੈ ਕਿ ਜਿਹੜਾ ਉਸ ਬੀਬੀ ਰਜਨੀ ਨੂੰ ਕੋਈ ਸੁੱਖ ਨਾ ਦੇ ਸਕੇ, ਕੋਈ ਰੋਟੀ ਦੀ ਬੁਰਕੀ ਤੱਕ ਨਾ ਦੇ ਸਕੇ, ਪਾਣੀ ਦਾ ਬੂੰਦ ਤੱਕ ਨਾ ਦੇ ਸਕੇ, ਕਮਾ ਕੇ ਹੰਢਾ ਕੇ। ਇਹੋ ਜਿਹੇ ਜੀਵ ਦੀ ਭਾਲ ਕੀਤੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੀ ਸ਼ਾਦੀ ਕਰ ਦਿੱਤੀ ਹੈ ਤੇ ਤੋਲ ਦਿੱਤਾ ਹੈ ਘਰ ਤੋਂ। ਤੇ ਪੰਜਾਬ ਦੀ ਉਹ ਧਰਮਣ ਧੀ, ਰੱਬ ਦੀ ਪਿਆਰੀ, ਭਗਤਨ ਦਾਸ, ਰੱਬ ਤੇ ਆਸ ਵਿਸ਼ਵਾਸ ਰੱਖਣ ਵਾਲੀ, ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ, ਹੁਕਮ ਨੂੰ ਮੰਨ ਕੇ, ਖੁਸ਼ੀਆਂ ਚਾਵਾਂ ਦੇ ਨਾਲ, ਸੱਧਰਾਂ ਦੇ ਨਾਲ ਉਸ ਕੋੜੀ ਨੂੰ, ਇੱਕ ਕੋੜੀ ਲੱਭਿਆ, ਕੋੜੀ ਨਾਲ ਸ਼ਾਦੀ ਕੀਤੀ ਹੈ, ਜਿਹਦੇ ਹੱਥ ਪੈਰ ਨਹੀਂ ਚੱਲਦੇ, ਸਾਰੇ ਸਰੀਰ ਨੂੰ ਕੋੜ ਪਿਆ, ਬਿਮਾਰੀ ਲੱਗੀ ਹੈ। ਉਸ ਕੋੜੀ ਨਾਲ ਤੋਰ ਦਿੱਤਾ ਹੈ ਕਿ ਤੇਰਾ ਇਹ ਪਤੀ ਹੈ, ਵੇਖਦੇ ਹਾਂ ਕਿਹੜਾ ਰੱਬ ਤੈਨੂੰ ਸੁੱਖ ਦਿੰਦਾ ਹੈ, ਤੈਨੂੰ ਰੋਟੀ ਦਿੰਦਾ ਹੈ, ਤੈਨੂੰ ਪਾਣੀ ਦਿੰਦਾ, ਤੈਨੂੰ ਪਹਿਨਣ ਖਾਵਣ ਦਿੰਦਾ ਹੈ। ਪਿਤਾ ਕਹਿ ਰਿਹਾ ਕਿ ਮੈਂ ਵੇਖਦਾ ਕਿ ਕਿਹੜਾ ਰੱਬ ਤੈਨੂੰ ਸੁੱਖ ਦਿੰਦਾ ਹੈ। ਹੁਕਮ ਮੰਨ ਕੇ, ਪ੍ਰਮਾਤਮਾ ਦਾ ਆਗਿਆ ਮੰਨ ਕੇ, ਪ੍ਰਮਾਤਮਾ ਦੀ ਨਮਸਕਾਰ ਕਰਕੇ, ਪ੍ਰਣਾਮ ਕਰਕੇ, ਆਸ਼ੀਰਵਾਦ ਲੈ ਕੇ ਕਿ ਪਿਤਾ ਜੀ ਮੈਨੂੰ ਆਸ਼ੀਰਵਾਦ ਦਿਓ, ਮੈਂ ਜਾਂਦੀ ਹਾਂ। ਤੁਸੀਂ ਕੀਤਾ ਹੈ, ਬਹੁਤ ਵਧੀਆ ਕੀਤਾ ਹੈ, ਸ਼ੁਕਰ ਹੈ ਆਪ ਦਾ ਵੀ, ਸ਼ੁਕਰ ਹੈ। ਪ੍ਰਣਾਮ ਕੀਤੀ, ਨਮਸਕਾਰ ਕੀਤੀ ਹੈ ਤੇ ਰੱਬ ਦਾ ਸ਼ੁਕਰਾਨਾ ਕਰਕੇ ਘਰੋਂ ਤੁਰ ਪਈ ਹੈ, ਆਪਣੇ ਪਿੰਡ ਪੱਟੀ ਨਗਰ ਤੋਂ ਤੁਰ ਪਈ ਹੈ। ਹੁਣ ਦਰ ਦਰ ਤੇ ਜਾਂਦੀ ਹੈ, ਜੋ ਵੀ ਰੱਬ ਦਾ ਨਾਮ ਲੈ ਕੇ ਅਲਖ ਗੁਜ਼ਾਰਦੀ ਹੈ, ਨਾਵਾਂ ਸਿਮਰਦੀ ਹੈ ਪਰਮਾਤਮਾ ਦਾ। ਤੇ ਜੋ ਰੱਬ ਦੇ ਪ੍ਰੇਮੀ ਨੇ, ਕੋਈ ਅੰਨ ਦਿੰਦਾ, ਕੋਈ ਜਲ ਦਿੰਦਾ ਹੈ, ਸਰ ਰਿਹਾ ਹੈ, ਗੁਜ਼ਾਰਾ ਹੋ ਰਿਹਾ ਹੈ। ਨਾ ਭਜਨ ਵੀ ਕਰਦੀ ਹੈ, ਸੋਹਲੇ ਵੀ ਗਾਉਂਦੀ ਹੈ ਪਰਮਾਤਮਾ ਦੇ, ਵਿਸ਼ਵਾਸ ਹੈ ਪਰਮਾਤਮਾ ਤੇ ਕਿ ਮੈਨੂੰ ਇੱਕ ਦਿਨ ਆਨੰਦ ਬਖਸ਼ਿਸ਼ ਕਰੇਗਾ। ਸੋ ਪਰਮਾਤਮਾ ਦੇ ਘਰ ਭਗਤੀ ਪ੍ਰਵਾਨ ਹੋਈ ਹੈ, ਧਰਮ ਪ੍ਰਵਾਨ ਹੋਇਆ ਹੈ, ਨਾਵਾਂ ਸਿਮਰਿਆ ਪਰਮਾਤਮਾ ਦਾ ਪ੍ਰਵਾਨ ਹੋਇਆ ਹੈ। ਤੇ ਜਿਸ ਪਰਮਾਤਮਾ ਤੇ ਉਹਨੂੰ ਆਸ ਸੀ, ਵਿਸ਼ਵਾਸ ਸੀ, ਸਿਦਕ ਸੀ, ਭਰੋਸਾ ਸੀ, ਧਰਮ ਸੀ, ਹੁਣ ਉਹ ਪਰਮਾਤਮਾ ਦੀ ਕਰਨੀ ਦੇਖੋ, ਉਹ ਲੇਖ ਵਿਦਾਤਾ ਦੀ ਕਰਨੀ ਦੇਖੋ, ਆਪਣੇ ਸੁੱਖਾਂ ਦੇ ਸਾਗਰ ਦੇ ਵੱਲ ਬੁਲਾਉਣਾ ਕਰ ਲਿਆ ਹੈ, ਖਿੱਚ ਲਿਆ ਹੈ। ਜਿੱਥੇ ਸੁੱਖਾਂ ਦੇ ਭੰਡਾਰ ਲੱਗੇ ਹੋਏ ਹੈ, ਆਨੰਦ ਦੇ ਭੰਡਾਰ ਲੱਗੇ ਹੋਏ ਹੈ, ਜਿੱਥੇ ਕਲਿਆਣ ਹੀ ਕਲਿਆਣ ਹੈ, ਆਨੰਦ ਹੀ ਆਨੰਦ ਹੈ, ਉਸ ਸਥਾਨ ਦੇ ਵੱਲ ਖਿੱਚਣਾ ਕਰ ਲਿਆ ਹੈ। ਬੀਬੀ ਰਜਨੀ ਨੂੰ ਅਤੇ ਕੋੜੀ ਪਤੀ ਪਿੰਗਲੇ ਨੂੰ। ਉਸ ਸਥਾਨ ਦਾ ਨਾਮ ਆਉਂਦਾ ਹੈ ਦੁੱਖ ਭੰਜਣੀ ਬੇਰੀ। ਕਥਾ ਕਹਾਣੀ ਕਾਫੀ ਲੰਬੀ ਹੈ, ਜੇ ਆਪਾਂ ਬਾਣੀ ਅਨੁਸਾਰ ਚੱਲਦੇ ਹਾਂ ਤਾਂ ਬਹੁਤ ਲੰਬਾ ਜਾਏਗਾ। ਸੋ ਬਹੁਤ ਜੀਵ ਇਸ ਕਥਾ ਕਹਾਣੀ ਤੋਂ ਸਿੱਖਿਆ ਲਈ ਹੋਵੇਗੀ, ਸੁਣੀ ਹੋਵੇਗੀ ਕਥਾ ਕਹਾਣੀ। ਹੁਣ ਤੁਰਦੀ ਤੁਰਦੀ ਪੱਟੀਓ ਪਹੁੰਚੀ ਉਸ ਅਸਥਾਨ ਜਿੱਥੇ ਅੰਮ੍ਰਿਤ ਸਾਭਿਆ ਤ੍ਰੇਤਾ ਵਿੱਚ ਭਗਵਾਨ। ਹੁਣ ਘੁੰਮਦੀ ਘੁਮਾਉਂਦੀ ਕੋੜੀ ਪਤੀ ਨੂੰ ਲੈ ਕੇ ਤੁਰੀ ਫਿਰਦੀ ਹੈ ਤੇ ਪਹੁੰਚਦੀ ਉਸ ਸਥਾਨ ਤੇ ਇੱਕ ਬੇਰੀ ਥੱਲੇ।
ਬੇਰੀ ਥੱਲੇ ਪਹੁੰਚਦੀ ਹੈ, ਕਹਿੰਦੀ ਹੈ ਪਤੀ ਨੂੰ ਕਿ ਪਿਆਰੇ ਪਤੀ ਪਰਮੇਸ਼ਵਰ ਜੀਓ, ਤੁਸੀਂ ਇੱਥੇ ਬਹਿ ਕੇ ਵਿਸ਼ਰਾਮ ਕਰੋ, ਆਨੰਦ ਲਵੋ ਇਸ ਬੇਰੀ ਦੀ ਛਾਂ ਦਾ। ਮੈਂ ਆਪ ਦੇ ਵਾਸਤੇ ਭੋਜਨ ਦਾ ਪ੍ਰਬੰਧ ਕਰਦੀ ਹਾਂ, ਖਾਣ ਪੀਣ ਨੂੰ ਕੁਝ ਮੰਗ ਕੇ ਲੈ ਕੇ ਆਉਣੀ ਇਸ ਪਿੰਡ ਵਿੱਚੋਂ। ਤੁਸੀਂ ਬੇਰੀ ਥੱਲੇ ਬੈਠੋ, ਛਾਂ ਦਾ ਆਨੰਦ ਲਵੋ, ਆਪਾਂ ਹੁਣੇ ਹੀ ਆਉਂਦੇ ਹਾਂ। ਸੋ ਚਿੜੀਆਂ ਵਾਂਗ, ਪੰਛੀਆਂ ਵਾਂਗ ਚੋਗਾ ਲੈ ਕੇ ਆਉਂਦੀ ਹੈ। ਜਿਵੇਂ ਚਿੜੀਆਂ ਪੰਛੀ ਆਪਣੇ ਬੱਚਿਆਂ ਵਾਸਤੇ ਚੋਗਾ ਲੈ ਕੇ ਆਉਂਦੇ ਹੈ, ਦਾਣਾ ਲੈ ਕੇ ਆਉਂਦੇ ਹੈ, ਇੱਦਾਂ ਹੀ ਬੀਬੀ ਰਜਨੀ ਆਪਣੇ ਪਤੀ ਦੀ ਸੇਵਾ ਕਰਦੀ ਹੈ। ਮੇਰਾ ਪਤੀ ਹੈ, ਰੱਬ ਦਾ ਭੇਜਿਆ ਹੋਇਆ, ਰੱਬ ਦਾ ਬੰਧਨ ਜੋੜਿਆ ਹੋਇਆ ਹੈ, ਦਿਲੋਂ ਸੇਵਾ ਕਰਦੀ ਹੈ, ਨਿਮਰਤਾ ਦੇ ਨਾਲ, ਹਲੀਮੀ ਦੇ ਨਾਲ। ਹੁਣ ਬੇਰੀ ਥੱਲੇ ਬੈਠਾ ਹੈ ਘੋੜਾ ਪਤੀ। ਹੁਣ ਕਰਾਮਾਤ ਕੀ ਹੋਈ ਹੈ, ਵੇਖਿਆ ਕੀ ਹੈ। ਇੱਕ ਛੋਟੀ ਜਿਹੀ ਛੱਪੜੀ ਬਣੀ ਹੋਈ ਹੈ, ਛੋਟੀ ਛੱਪੜੀ ਬਣੀ ਹੋਈ ਹੈ। ਛੋਟੀ ਜਿਹੀ ਛੱਪੜੀ ਦੇ ਵਿੱਚ ਕੁਝ ਪੰਛੀ, ਕਾਂ ਨਹਾ ਰਹੇ ਆ। ਕਾਲੇ ਕਾਂ ਨਹਾਉਂਦੇ ਆ ਤੇ ਚਿੱਟੇ ਹੋ ਕੇ ਫਿਰ ਬੇਰੀ ਤੇ ਬਹਿ ਜਾਂਦੇ ਆ। ਕਾਲੇ ਕਾਂ ਨਹਾਉਂਦੇ ਆ ਤੇ ਹੰਸ ਬਣ ਕੇ ਬੇਰੀ ਤੇ ਬਹਿ ਜਾਂਦੇ ਆ। ਹੁਣ ਇਹ ਕਰਾਮਾਤ ਦੇਖੀ ਹੈ, ਇਹ ਕਰਾਮਾਤ ਵੇਖੀ ਹੈ। ਰਜਨੀ ਭੋਜਨ ਲੈਣ ਜਾ ਪਹੁੰਚੀ, ਵਿੱਚ ਗਰਾਂ ਪਿੰਗਲੇ ਅੱਖੀ ਦੇਖਿਆ ਉੱਡ ਆਉਂਦੇ ਕਾਂ। ਪਿੰਗਲੇ ਦੇਖੀ ਕਰਾਮਾਤ ਬਹਿ ਕੇ ਜਦੋਂ ਅਡੋਲ, ਤਦ ਰਿੜਦਾ ਆ ਗਿਆ ਉਹ ਅੰਮ੍ਰਿਤ ਕੁੰਡ ਦੇ ਕੋਲ। ਹੁਣ ਕਥਾ ਕਹਾਣੀ ਕੀ ਹੈ ਕਿ ਤ੍ਰੇਤਾ ਯੁੱਗ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਨੇ, ਆਦਿ ਕਵੀ ਵਾਲਮੀਕ ਮਹਾਰਾਜ ਜੀ ਨੇ ਅੰਮ੍ਰਿਤ ਦੱਬਿਆ ਹੋਇਆ ਸੀ ਬੇਰੀ ਥੱਲੇ। ਜਦੋਂ ਰਾਮਚੰਦਰ ਜੀ ਸਨ ਨੂੰ ਜੂੰਦਿਆ ਕੀਤਾ, ਰਾਮਚੰਦਰ ਨੂੰ ਜੂੰਦਿਆ ਕੀਤਾ, ਅੰਮ੍ਰਿਤ ਵੱਧ ਗਿਆ। ਵਧਿਆ ਹੋਇਆ ਅੰਮ੍ਰਿਤ ਬੇਰੀ ਥੱਲੇ, ਤਲੇ ਥੱਲੇ ਦਵਾਉਣਾ ਕਰ ਦਿੱਤਾ। ਹੁਣ ਸਮਾਂ ਆ ਗਿਆ, ਉਹ ਕੁੰਭ ਦੇ ਵਿੱਚੋਂ, ਘੜੇ ਵਿੱਚ ਅੰਮ੍ਰਿਤ ਫੁੱਟ ਰਿਹਾ ਹੈ ਹੌਲੀ ਹੌਲੀ ਕਰਕੇ ਧਰਤੀ ਦੇ ਉੱਪਰ ਆ ਰਿਹਾ ਹੈ। ਉਹ ਅੰਮ੍ਰਿਤ ਵਿੱਚ ਪੰਛੀ ਨਹਾਉਂਦੇ ਨੇ ਤੇ ਸੋਹਣੇ ਸੁਨੱਖੇ ਹੋ ਕੇ ਉਸ ਬੇਰੀ ਤੇ ਬਹਿ ਜਾਂਦੇ ਆ। ਹੁਣ ਪਿੰਗਲੇ ਦੇ ਮਸਤਕ ਵਿੱਚ ਇੱਕ ਖਿਆਲ ਆਇਆ, ਕਰਾਮਾਤ ਵੇਖੀ, ਧਰਤੀ ਨੂੰ ਕੰਨ ਲਾਏ, ਧੁਨ ਸੁਣੀ ਹੈ, ਆਵਾਜ਼ ਸੁਣੀ ਹੈ। ਧਰਤੀ ਨੂੰ ਕੰਨ ਲਾ ਕੇ ਜਦ ਪਿੰਗਲੇ ਸੁਣਿਆ, ਆਪ ਹਰ ਕਿਣਕਾ ਕਰਦਾ ਸੁਣ ਲਿਆ ਉਸ ਗੁਰੂ ਵਾਲਮੀਕੀ ਦਾ ਜਾਪ। ਜੋ ਬੋਲੇ ਸੋ ਨਿਰਭੈ ਅਜ਼ਰ ਅਮਰ ਤ੍ਰਿਕਾਲ ਦਰਸ਼ੀ, ਸ੍ਰਿਸ਼ਟੀ ਕਰਤਾ ਵਾਲਮੀਕ ਦਇਆਵਾਨ ਜੀ ਕੀ ਜੈ। ਧਰਤੀ ਦੇ ਲੰਮਾ ਪਿਆ ਹੈ, ਕੰਨ ਲਾਏ ਹੈ, ਧੁਨ ਸੁਣ ਰਿਹਾ, ਆਵਾਜ਼ ਸੁਣ ਰਿਹਾ ਹੈ, ਜੈ ਵਾਲਮੀਕੀ, ਜੈ ਵਾਲਮੀਕੀ, ਧੰਨ ਗੁਰਦੇਵ, ਜੈ ਗੁਰੂ ਵਾਲਮੀਕੀ। ਇਹ ਧੁਨਾਂ ਆ ਰਹੀਆਂ ਨੇ। ਧੁਨਾਂ ਕਿੱਥੋਂ ਆ ਰਹੀਆਂ ਨੇ? ਉਹ ਵੀ ਆਤਮਾ ਦੀ ਧੁਨ ਹੈ, ਉਹ ਆਤਮਾ ਦੀ ਧੁਨ ਹੈ। ਕਿਉਂਕਿ ਆਪਣੇ ਦਾਸ ਨੂੰ ਪਰਮਾਤਮਾ ਵਾਲਮੀਕ ਮਹਾਰਾਜ ਜੀ ਨੇ ਸੇਵਾਦਾਰੀ ਤੇ ਬਿਠਾਇਆ ਸੀ ਉੱਥੇ ਕਿ ਪਿਆਰਿਆ ਤੁਸੀਂ ਅੰਮ੍ਰਿਤ ਦੀ ਸੰਭਾਲ ਕਰਨੀ ਹੈ, ਰਾਖੀ ਕਰਨੀ ਹੈ। ਉਹ ਜੀਵ ਦਾ ਨਾਮ ਆਉਂਦਾ ਹੈ ਸੰਤੋਖ ਰਿਸ਼ੀ। ਸੰਤੋਖ ਰਿਸ਼ੀ ਉਸ ਜੀਵ ਦਾ ਨਾਮ ਹੈ। ਸੰਤੋਖ ਰਿਸ਼ੀ ਨੂੰ ਅੰਮ੍ਰਿਤ ਦੀ ਰਾਖੀ ਵਾਸਤੇ ਬਿਠਾਇਆ। ਉਹ ਸੰਤੋਖ ਰਿਸ਼ੀ ਦਾ ਸਰੀਰ ਨਹੀਂ ਹੈ, ਉੱਥੇ ਆਤਮਾ ਵਿਰਾਜਮਾਨ ਹੈ। ਆਤਮਾ ਜਾਪ ਕਰ ਰਹੀ ਹੈ, ਆਤਮਾ ਦੀ ਧੁਨ ਆ ਰਹੀ ਹੈ। ਉਹ ਧੁਨ ਸੁਣੀ ਹੈ, ਜੈ ਗੁਰੂ ਵਾਲਮੀਕੀ, ਜੈ ਗੁਰੂ ਵਾਲਮੀਕੀ। ਗੁਰੂ ਵਾਲਮੀਕੀ ਮਹਾਰਾਜ ਦਾ ਨਾਮ ਲੈ ਕੇ, ਭਗਵਾਨ ਵਾਲਮੀਕੀ ਦਾ ਨਾਮ ਜੀ ਦਾ ਆਸਰਾ ਲੈ ਕੇ, ਨਾਮ ਦਾ ਹੁਣ ਕੋੜੀ ਪਿੰਗਲੇ ਨੇ ਆਪਣੇ ਹੱਥਾਂ ਦੇ ਨਾਲ ਉਹ ਅੰਮ੍ਰਿਤ ਲਿਆ ਹੈ, ਜਲ ਲਿਆ ਹੈ,
ਤੇ ਆਪਣੇ ਪਿੰਡੇ ਤੇ ਆਪਣੇ ਸਰੀਰ ਤੇ ਉਹਨੂੰ ਲਾਉਣਾ ਕੀਤਾ ਹੈ। ਹੌਲੀ ਹੌਲੀ ਹਿੰਮਤ ਕਰਕੇ, ਹੌਸਲਾ ਕਰਕੇ ਹੱਥਾਂ ਨੂੰ ਗਿੱਲੇ ਕਰਦਾ ਹੈ ਤੇ ਆਪਣੇ ਸਰੀਰ ਤੇ ਲਗਾ ਰਿਹਾ ਹੈ। ਜਿਵੇਂ ਜਿਵੇਂ ਅੰਮ੍ਰਿਤ ਸਰੀਰ ਨੂੰ ਟੱਚ ਹੁੰਦਾ ਹੈ ਤਾਂ ਜਨਮਾਂ ਜਨਮਾਂ ਦਾ ਕੋੜ ਦੂਰ ਹੋ ਜਾ ਰਿਹਾ, ਦੂਰ ਹੁੰਦਾ ਜਾ ਰਿਹਾ ਤੇ ਸੁੱਖ ਆ ਰਿਹਾ ਹੈ। ਸੁੰਦਰ ਕਾਇਆ ਸਾਹਮਣੇ ਆ ਰਹੀ ਹੈ, ਸੁੰਦਰ ਸਰੀਰ ਸਾਹਮਣੇ ਆ ਰਿਹਾ ਹੈ। ਬੜਾ ਖੁਸ਼ ਹੁੰਦਾ, ਬੜਾ ਆਨੰਦ ਹੁੰਦਾ ਹੈ, ਬੜਾ ਖੁਸ਼ ਹੁੰਦਾ ਹੈ ਕਿ ਪਤਨੀ ਰਜਨੀ ਆਏਗੀ, ਮੈਨੂੰ ਵੇਖੇਗੀ, ਬੜਾ ਆਨੰਦ ਹੋਏਗੀ, ਬੜਾ ਖੁਸ਼ ਹੋਏਗੀ। ਫਿਰ ਮਨ 'ਚ ਵੀ ਗੱਲ ਆਈ ਹੈ ਕਿ ਸ਼ਾਇਦ ਮੈਨੂੰ ਪਛਾਣੇ ਨਾ। ਕੀਤਾ ਕੀ ਹੈ, ਆਪਣੀ ਇੱਕ ਉਂਗਲ ਸਾਂਭ ਲਈ ਹੈ, ਇੱਕ ਹੱਥ ਸਾਂਭ ਲਿਆ ਹੈ, ਉੱਤੇ ਕੋੜ ਲੱਗਾ ਹੈ ਕਿ ਕਾਸ਼ ਮੇਰੀ ਪਤਨੀ ਨੂੰ ਮੇਰੇ ਤੇ ਵਿਸ਼ਵਾਸ ਨਾ ਹੋਵੇ ਕਿ ਮੈਂ ਉਹੀ ਹਾਂ। ਇੱਕ ਹੱਥ ਸਾਂਭ ਲਿਆ ਹੈ, ਉਹ ਤੇ ਜਲ ਨਹੀਂ ਪਾ ਰਿਹਾ, ਅੰਮ੍ਰਿਤ ਨਹੀਂ ਪਾ ਰਿਹਾ ਕਿ ਜੇ ਵਿਸ਼ਵਾਸ ਨਾ ਹੋਵੇ ਤਾਂ ਮੈਂ ਹੱਥ ਉਹਨੂੰ ਵਿਖਾ ਸਕਦਾ, ਹੱਥ ਵਿਖਾ ਸਕਦਾ ਤਾਂ ਜੋ ਵਿਸ਼ਵਾਸ ਹੋ ਸਕੇ। ਮਨ 'ਚ ਗੱਲ ਵੀ ਆ ਗਈ ਹੈ। ਸੋ ਹੋਇਆ ਵੀ ਇੱਦਾਂ ਹੀ, ਚੰਗਾ ਸੋਹਣਾ ਸੁਨੱਖਾ ਨੌਜਵਾਨ ਬਣ ਕੇ ਹੁਣ ਉਸੇ ਟੁਕੜੇ ਤੇ ਬਹਿ ਗਿਆ ਉਲਟਾ ਕਰਕੇ, ਜੇ ਟੁਕੜੇ ਵਿੱਚ ਬੀਬੀ ਰਜਨੀ ਨੇ ਪਾਇਆ ਹੋਇਆ ਸੀ ਤੇ ਸਿਰ ਤੇ ਟੁਕੜਾ ਚੱਕੀ ਫਿਰਦੀ ਸੀ, ਪਤੀ ਨੂੰ ਲੈ ਕੇ ਸਿਰ ਤੇ, ਸਿਰ ਦਾ ਤਾਜ ਬਣਾ ਕੇ, ਸਰਤਾਜ ਬਣਾ ਕੇ ਸਿਰ ਤੇ ਚੁੱਕੀ ਫਿਰਦੀ ਸੀ ਟੁਕੜੇ ਸਮੇਤ। ਟੁਕੜੇ ਨੂੰ ਕੀਤਾ ਉਲਟਾ ਤਾਂ ਬਹਿ ਗਿਆ ਉੱਪਰੋਂ ਨੌਜਵਾਨ ਹਸੀਨ ਬਣ ਕੇ, ਸੁੰਦਰ ਕਾਇਆ ਬਣ ਗਈ ਉਹਦੀ, ਪਰਮਾਤਮਾ ਦੀ ਰਹਿਮਤਾਂ ਹੋ ਗਈਆਂ, ਬਖਸ਼ਿਸ਼ਾਂ ਹੋ ਗਈਆਂ, ਭਗਤੀ ਪ੍ਰਵਾਨ ਹੋ ਗਈ ਹੈ ਦੇਵੀ ਰਜਨੀ ਦੀ, ਬੀਬੀ ਰਜਨੀ ਦੀ। ਉਧਰੋਂ ਆਈ ਬੀਬੀ ਰਜਨੀ ਭੋਜਨ ਲੈ ਕੇ, ਹੈਰਾਨ ਹੋਈ, ਪਰੇਸ਼ਾਨ ਹੋਈ ਕਿ ਇਹ ਨੌਜਵਾਨ ਕਿਹੜਾ ਬਹਿ ਗਿਆ ਆ ਕੇ। ਮਨ 'ਚ ਗੱਲ ਆਈ ਕਿ ਕਾਸ਼ ਇਹ ਨੌਜਵਾਨ ਮੇਰੀ ਸੁੰਦਰਤਾ ਤੇ ਮੋਹਿਤ ਹੋ ਗਿਆ ਤੇ ਮੇਰੇ ਪਿੰਗਲੇ ਪਤੀ ਨੂੰ ਇਸਨੇ ਮਾਰ ਦਿੱਤਾ ਹੈ, ਮੈਨੂੰ ਪਾਉਣ ਦੀ ਖਾਤਰ ਮਾਰ ਦਿੱਤਾ ਮੇਰੇ ਪਿੰਗਲੇ ਪਤੀ ਨੂੰ। ਹੁਣ ਰੋਂਦੀ ਹੈ, ਕੁਰਲਾਉਂਦੀ ਹੈ ਕਿ ਰੱਬ ਦੇ ਬੰਦਿਆ, ਮੇਰਾ ਪਤੀ ਮੈਨੂੰ ਵਾਪਸ ਕਰ ਦੇ, ਤੈਨੂੰ ਰੱਬ ਦਾ ਵਾਸਤਾ, ਉਹ ਆਦਿ ਕਵੀ ਦਾ ਵਾਸਤਾ, ਮੇਰਾ ਪਤੀ ਵਾਪਸ ਕਰ ਦੇ। ਰਜਨੀ ਡਿੱਠਾ ਟੁਕੜਾ ਜਾਂ ਖਾਲੀ ਅੱਖੀਆਂ ਨਾਲ ਉਹ ਪਿੱਟ ਪਿੱਟ ਫਾਹੀ ਹੋ ਗਈ, ਖੂੰਦੀ ਸਿਰ ਦੇ ਵਾਲ, ਸਿਰ ਦੇ ਵਾਲ ਖੋ ਕੇ ਰੋਂਦੀ ਹੈ, ਕੁਰਲਾਉਂਦੀ ਹੈ ਕਿ ਮੇਰਾ ਪਤੀ ਮੈਨੂੰ ਵਾਪਸ ਕਰ ਦੇ, ਤੂੰ ਮੇਰਾ ਪਤੀ ਨਹੀਂ ਹੈ, ਤੂੰ ਤਾਂ ਕੋਈ ਬਹਿਰੂਪੀਆਂ ਹੈ, ਹਵਸ ਦਾ ਮਾਰਿਆ, ਭੁੱਖ ਦਾ ਮਾਰਿਆ ਇੱਥੇ ਆ ਬੈਠਾ ਹੈ, ਮੇਰਾ ਪਤੀ ਮੈਨੂੰ ਵਾਪਸ ਕਰ ਦੇ। ਕਿੱਥੇ ਮਾਰਿਆ, ਕਿੱਥੇ ਸੁੱਟਿਆ ਉਹਨੂੰ? ਤੇ ਬੜੀ ਨਿਮਰਤਾ ਦੇ ਨਾਲ, ਹਲੀਮੀ ਦੇ ਨਾਲ ਉਹ ਨੌਜਵਾਨ ਬੋਲਦਾ ਹੈ ਕਿ ਨਹੀਂ ਰਜਨੀ ਹੈ, ਮੈਂ ਹੀ ਤੇਰਾ ਉਹ ਪਿੰਗਲਾ, ਉਹ ਕੋੜਾ ਪਤੀ ਹਾਂ, ਵਿਸ਼ਵਾਸ ਕਰ, ਮੈਂ ਤੇਰਾ ਪਤੀ ਹਾਂ। ਵਿਸ਼ਵਾਸ ਨਹੀਂ ਹੁੰਦਾ, ਤੇਰੀ ਭਗਤੀ ਪ੍ਰਵਾਨ ਹੋ ਗਈ ਹੈ, ਤੇਰਾ ਧਰਮ ਪ੍ਰਵਾਨ ਹੋ ਗਿਆ ਹੈ, ਤੇਰਾ ਵਿਸ਼ਵਾਸ ਸਿਦਕ ਪ੍ਰਵਾਨ ਹੋ ਗਿਆ ਰੱਬ ਦੇ ਘਰ ਦੇ ਵਿੱਚ। ਰੱਬ ਨੇ ਤੇਰੀ ਭਗਤੀ ਕਬੂਲ ਕਰ ਲਈ ਹੈ, ਤੈਨੂੰ ਆਨੰਦ ਸੁੱਖ ਬਖਸ਼ਿਸ਼ ਕਰ ਦਿੱਤਾ ਹੈ, ਤੂੰ ਵਿਸ਼ਵਾਸ ਕਰ ਮੇਰੇ ਤੇ। ਮੈਂ ਪਿੰਗਲਾ ਕੋੜਾ ਜਨਮ ਤੋਂ, ਤੂੰ ਦੇਵੀ ਹੈ ਸਰਕਾਰ, ਤੇਰੀ ਭਗਤੀ ਸਦਕਾ ਰਜਨੀ ਵਿੱਚ ਸੁਣ ਲਈ ਪ੍ਰਭੂ ਪੁਕਾਰ। ਤੇਰੀ ਪੁਕਾਰ ਵਿਸ਼ਵਾਸ ਵਾਲੀ, ਤੇਰੀ ਪੁਕਾਰ ਸਿਦਕ ਵਾਲੀ, ਤੇਰੀ ਪੁਕਾਰ ਧਰਮ ਵਾਲੀ ਪਰਮਾਤਮਾ ਨੇ ਮਨਜ਼ੂਰ ਕਰ ਲਈ ਹੈ। ਤੂੰ ਸਾਖਸ਼ਾਤ ਦੇਵੀ ਹੈ, ਤੂੰ ਸਾਖਸ਼ਾਤ ਦੇਵੀ ਹੈ, ਪ੍ਰਤੱਖ ਦੇਵੀ ਹੈ, ਤੇਰੇ ਅੰਦਰ ਦੇਵੀ ਗੁਣ ਹੈ ਪਰਮਾਤਮਾ ਵਾਲੇ, ਤੇ ਪਰਮਾਤਮਾ ਤੇਰੇ ਤੇ ਦਿਆਲ ਹੋ ਗਿਆ, ਸਾਨੂੰ ਦੋਵਾਂ ਨੂੰ ਆਨੰਦ ਬਖਸ਼ਿਸ਼ ਕਰ ਦਿੱਤਾ ਹੈ, ਸੁੱਖ ਬਖਸ਼ਿਸ਼ ਕਰ ਦਿੱਤਾ ਹੈ, ਜਨਮਾਂ ਦਾ ਕੋੜ ਦੂਰ ਹੋ ਗਿਆ। ਇਹ ਉਹਦੀ ਬਖਸ਼ਿਸ਼ ਹੈ ਤੇ ਤੇਰੀ ਭਗਤੀ ਹੈ। ਹੁਣ ਇੰਨਾ ਰੌਲਾ ਸੁਣ ਕੇ ਪਿੰਡ ਦੇ ਕੁਝ ਲੋਕ ਗੁਜ਼ਰਦੇ ਨੇ ਉੱਤੋਂ, ਉਹ ਝਗੜਾ ਸੁਣ ਕੇ, ਰੋਂਦੀ ਕੁਲਾਉਂਦੀ ਸੁਣ ਕੇ ਵੇਖਦੇ ਆ, ਭਾਈ ਝਗੜਾ ਕੀ ਹੈ। ਬੀਬੀ ਰਜਨੀ ਆਪਣਾ ਦੁਖੜਾ ਦੱਸਦੀ ਹੈ
ਮੇਰਾ ਪਿੰਗਲਾ ਪਤੀ ਸੀ, ਸ਼ਾਇਦ ਇਸ ਬੰਦੇ ਨੂੰ ਮਾਰ ਦਿੱਤਾ ਹੈ, ਆਪ ਬਹਿ ਗਿਆ ਹੈ, ਇਹ ਮੇਰਾ ਪਤੀ ਨਹੀਂ ਹੈ। ਤੇ ਪਿੰਗਲਾ ਕਹਿ ਰਿਹਾ ਹੈ ਕਿ ਮੈਂ ਇਹਦਾ ਪਤੀ ਹਾਂ। ਹੁਣ ਇੰਨਾ ਹੀ ਝਗੜਾ ਮੁਕਾਉਣਾ ਹੈ। ਹੁਣ ਗਏ ਆ ਨੌਜਵਾਨ, ਉਹ ਲੋਕ ਲਾਗੇ ਹੀ ਸਤਿਗੁਰੂ ਰਾਮਦਾਸ ਜੀ ਦਾ ਡੇਰਾ ਹੈ, ਕਲਯੁਗ ਦੇ ਅਵਤਾਰ ਹੋਏ ਹੈ ਸਤਿਗੁਰੂ ਰਾਮਦਾਸ ਜੀ, ਉਹਨਾਂ ਦਾ ਡੇਰਾ ਹੈ। ਉੱਥੇ ਜਾਂਦੇ ਆ ਕਿ ਸਤਿਗੁਰੂ ਜੀ ਮਹਾਰਾਜ, ਦੁਖੀ ਲੋਕ ਨੇ, ਪਰੇਸ਼ਾਨ ਲੋਕ ਨੇ, ਝਗੜ ਰਹੇ ਹੈ, ਇਹਨਾਂ ਦਾ ਨਿਪਟਾਰਾ ਕਰੋ, ਫੈਸਲਾ ਕਰੋ ਕਿ ਸੱਚ ਕੀ ਹੈ। ਸਾਰੀ ਕਥਾ ਕਹਾਣੀ ਸਾਂਝੀ ਹੋਈ ਅਤੇ ਸਤਿਗੁਰੂ ਰਾਮਦਾਸ ਜੀ, ਜਿਨ੍ਹਾਂ ਨੂੰ ਉਸ ਅੰਮ੍ਰਿਤ ਦੀ ਭਾਲ ਸੀ, ਭਗਤੀ ਜੁੜਦੇ ਸੀ, ਨਾਮ ਸਿਮਰਨ ਕਰਦੇ ਸੀ, ਲੱਭਦੇ ਸੀ ਉਸ ਅੰਮ੍ਰਿਤ ਨੂੰ ਕਿ ਅੰਮ੍ਰਿਤ ਹੈ ਕਿੱਥੇ ਹੈ। ਇੰਨੀ ਖਿੱਚ ਸੀ ਅੰਮ੍ਰਿਤ ਨੂੰ ਪਾਉਣ ਦੀ ਕਿ ਅੱਖਾਂ ਵਿੱਚ ਨੀਰ ਵਗਦਾ ਸੀ। ਰੱਬ ਨੂੰ ਸਿਮਰਦਿਆਂ, ਭਗਤੀ ਕਰਦਿਆਂ, ਧਿਆਨ ਲਗਾਉਂਦਿਆਂ, ਤੇ ਹੰਝੂਆਂ ਦੇ ਨਾਲ ਉਹਨਾਂ ਦੀ ਲੋਈ ਕੱਪੜਾ ਭਿੱਜ ਜਾਂਦਾ ਸੀ। ਇੰਨੀ ਖਿੱਚ ਸੀ ਉਸ ਅੰਮ੍ਰਿਤ ਨੂੰ ਪਾਉਣ ਦੀ। ਇਹਦੇ ਪਿੱਛੇ ਵੀ ਬਹੁਤ ਗਹਿਰੀ ਕਹਾਣੀ ਹੈ ਕਿ ਅੰਮ੍ਰਿਤ ਸਤਿਗੁਰੂ ਰਾਮਦਾਸ ਜੀ ਨੂੰ ਹੀ ਕਿਉਂ ਮਿਲਿਆ, ਕਿਉਂ ਪ੍ਰਾਪਤ ਹੋਇਆ, ਪਿੱਛੇ ਕਹਾਣੀ ਹੈ। ਸੋ ਸਤਿਗੁਰੂ ਪਹੁੰਚੇ ਉੱਥੇ ਕਿ ਹਾਂ ਭਾਈ ਧੀ ਧਿਆਣੀ, ਕੀ ਤੇਰਾ ਝਗੜਾ ਹੈ। ਸਾਰੀ ਕਥਾ ਕਹਾਣੀ ਆਈ। ਹੁਣ ਨੌਜਵਾਨ ਕਹਿ ਰਿਹਾ ਹੈ ਕਿ ਮੈਂ ਹੀ ਤੇਰਾ ਪਤੀ ਹਾਂ। ਹੁਣ ਕੀਤਾ ਕੀ ਹੈ ਕਿ ਰਜਨੀਏ, ਆ ਵੇਖ, ਵਿਸ਼ਵਾਸ ਕਰ, ਆ ਮੇਰਾ ਹੱਥ ਵੇਖ, ਮੇਰੀ ਉਂਗਲ ਵੇਖ, ਮੇਰਾ ਪੂਰਾ ਹੱਥ ਵੇਖ, ਇੱਥੇ ਕੋੜ ਲੱਗਾ ਹੋਇਆ ਹੈ, ਤੇ ਮੇਰਾ ਆਹ ਹੱਥ ਵੇਖ, ਇੱਥੇ ਕੋੜ ਨਹੀਂ ਹੈ। ਇਹ ਮੈਂ ਹੱਥ ਕਿਉਂ ਰੱਖਿਆ? ਤੇਰੇ ਵਿਸ਼ਵਾਸ ਵਾਸਤੇ। ਮੈਨੂੰ ਪਤਾ ਸੀ ਕਿ ਤੈਨੂੰ ਵਿਸ਼ਵਾਸ ਨਹੀਂ ਹੋਣਾ, ਤੈਨੂੰ ਵਿਸ਼ਵਾਸ ਨਹੀਂ ਹੋਣਾ, ਇਸ ਕਰਕੇ ਮੈਂ ਹੱਥ ਇਹ ਰੱਖਿਆ ਸੀ ਕੋੜ ਵਾਲਾ। ਆ ਹੁਣ ਵੇਖੀ ਕੀ ਕਰਾਮਾਤ ਹੁੰਦੀ ਹੈ, ਆ ਵੇਖੀ ਕੀ ਕਰਾਮਾਤ ਹੁੰਦੀ ਹੈ ਪ੍ਰਮਾਤਮਾ ਦੀ, ਹੁਣੇ ਤੋਂ ਵੇਖੀ, ਆ ਵੇਖ। ਹੁਣ ਜਿਸ ਹੱਥ ਨੂੰ ਕੋੜ ਲੱਗਾ ਸੀ, ਜਿਨ ਉਂਗਲਾਂ ਨੂੰ ਕੋੜ ਲੱਗਾ ਸੀ, ਉਹ ਉਂਗਲਾਂ, ਉਹ ਹੱਥ ਹੁਣ ਉਹ ਜਲ ਦੇ ਵਿੱਚ ਪਾਉਣਾ ਕੀਤਾ ਹੈ। ਜਿਵੇਂ ਜਲ 'ਚ ਹੱਥ ਪਾਇਆ ਹੈ ਤੇ ਹੱਥ ਕੁੰਦਨ ਹੋ ਗਿਆ, ਕੁੰਦਨ ਹੋ ਗਿਆ ਹੱਥ, ਸਾਫ ਸੁਥਰਾ ਸੁਨੱਖਾ ਹੋ ਗਿਆ, ਸੋਹਣਾ ਹੋ ਗਿਆ, ਰੋਗ ਦੂਰ ਹੋ ਗਿਆ। ਹੁਣ ਕੀਤਾ ਵਿਸ਼ਵਾਸ, ਸ਼ੁਕਰਾਨਾ ਕਰਦੀ ਆਦਿ ਕਵੀ ਦਾ, ਸ਼ੁਕਰਾਨਾ ਕਰਦੀ ਹੈ ਭਗਵਾਨ ਵਾਲਮੀਕਿ ਮਹਾਰਾਜ ਦਾ ਕਿ ਪ੍ਰਮਾਤਮਾ ਤੂੰ ਧੰਨ ਹੈ। ਹੇ ਆਦਿ ਕਵੀ ਲੇਖ ਵਿਦਾਤਾ, ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਧੰਨ ਹੈ। ਫਿਰ ਹੋਇਆ ਵਿਸ਼ਵਾਸ। ਹੁਣ ਸਤਿਗੁਰੂ ਰਾਮਦਾਸ ਜੀ ਉਹ ਦੱਸਦੇ ਨੇ ਕਿ ਰੱਬ ਦੇ ਪਿਆਰਿਓ, ਤੁਸੀਂ ਦੋਵੇਂ ਧੰਨ ਹੈ, ਤੁਹਾਡੀ ਭਗਤੀ ਧੰਨ ਹੈ, ਤੁਹਾਡਾ ਧਰਮ ਸਿੱਖ ਧੰਨ ਹੈ, ਤੁਹਾਡੇ ਕਰਕੇ, ਤੁਹਾਡੀ ਭਗਤੀ ਕਰਕੇ ਅੱਜ ਸਾਨੂੰ ਇਹ ਅੰਮ੍ਰਿਤ ਜਲ ਮਿਲਿਆ ਹੈ, ਨਸੀਬ ਹੋਇਆ, ਸਾਡੇ ਹਿੱਸੇ ਆਇਆ ਹੈ। ਇਸ ਅੰਮ੍ਰਿਤ ਦੀ ਸਾਨੂੰ ਕਈ ਸਮੇਂ ਤੋਂ ਭਾਲ ਸੀ। ਤੁਹਾਨੂੰ ਦੱਸਦੇ ਹਾਂ ਇਹ ਧਰਤ ਕਿਹੜੀ ਹੈ, ਇਹ ਧਰਤ ਕਿਹੜੀ ਹੈ, ਤੁਹਾਨੂੰ ਅਸੀਂ ਦੱਸਦੇ ਹਾਂ। ਇਹ ਉਹ ਹੈ ਧਰਤ ਸੁਲੱਖਣੀ, ਇਹ ਉਹ ਅਸਥਾਨ ਮਹਾਨ ਜਿਸ ਦਾ ਅੰਮ੍ਰਿਤ ਸਾਂਭਿਆ ਤ੍ਰੇਤਾ ਵਿੱਚ ਭਗਵਾਨ। ਕਹਿੰਦੇ ਤ੍ਰੇਤਾ ਯੁੱਗ ਵਿੱਚ ਉਹ ਆਦਿ ਕਵੀ ਭਗਵਾਨ ਵਾਲਮੀਕਿ ਮਹਾਰਾਜ ਜੀ ਨੇ ਇੱਥੇ ਅੰਮ੍ਰਿਤ ਸਾਂਭਿਆ ਸੀ। ਇਹ ਧਰਤੀ ਸੁਲੱਖਣੀ ਹੈ, ਭਾਗਾਂ ਵਾਲੀ ਹੈ, ਕਰਮਾਂ ਵਾਲੀ ਹੈ, ਪੂਜਨਯੋਗ ਹੈ, ਪੂਜਨਯੋਗ ਹੈ ਧਰਤੀ ਹੈ। ਪਰਮਾਤਮਾ ਨੇ ਖੁਦ ਸਾਂਭਿਆ ਸੀ, ਅੱਜ ਸਾਨੂੰ ਪ੍ਰਾਪਤ ਹੋਇਆ। ਤੁਸੀਂ ਧੰਨ ਹੈ, ਤੁਹਾਡੇ ਕਾਰਨ ਸਾਨੂੰ ਇਹ ਮਿਲਿਆ ਹੈ। ਹੁਣ ਅਸੀਂ ਕਰਨਾ ਕੀ ਹੈ? ਹੁਣ ਅਸੀਂ ਅੰਮ੍ਰਿਤ ਤੋਂ ਸਰੋਵਰ ਤਿਆਰ ਕਰਾਂਗੇ, ਉਸ ਹਰੀ ਪ੍ਰਮਾਤਮਾ ਦੇ ਘਰ ਦੀ ਉਸਾਰੀ ਕਰਾਂਗੇ, ਮੰਦਿਰ ਬਣਾਵਾਂਗੇ, ਇੱਥੇ ਲੋਕੀ ਦੂਰੋਂ ਦੂਰੋਂ ਆਉਣਗੇ, ਇੱਥੋਂ ਮੁਕਤੀਆਂ ਲੈਣਗੇ, ਯੁਕਤੀਆਂ ਲੈਣਗੇ, ਆਪਣੇ ਦੁੱਖ ਦੂਰ ਕਰਨਗੇ ਇਸ ਸਰੋਵਰ ਵਿੱਚੋਂ, ਅੰਮ੍ਰਿਤ ਕੁੰਡ ਵਿੱਚੋਂ। ਹੁਣ ਅਸੀਂ ਘਰ ਉਸਾਰਨਾ ਹੈ, ਉਹ ਭਗਵਾਨ ਦਾ, ਉਹ ਰੱਬ ਦਾ ਅਸੀਂ ਘਰ ਉਸਾਰਨਾ ਹੈ।
ਇਹਨੂੰ ਸਾਂਭ ਦੇਣਾ ਇਸ ਅੰਮ੍ਰਿਤ ਨੂੰ। ਹਰ ਇੱਕ ਇਨਸਾਨ ਇਸ ਅੰਮ੍ਰਿਤ ਵਿੱਚ ਇਸ਼ਨਾਨ ਕਰੇ ਤੇ ਆਪਣੇ ਜੁਗਾਂ ਜੁਗਾਂ ਦੇ ਦੁੱਖ ਸੰਤਾਪ ਦੂਰ ਕਰੇ। ਹੁਣ ਇਸ ਤਾਂ ਸਾਰਨਾ ਪਰਮੇਸ਼ਰ ਦਾ ਘਰ, 68 ਤੀਰਥ ਇਸ ਤਾਂ ਇਹ ਅੰਮ੍ਰਿਤ ਦਾ ਸਰ। 4 ਵਰਨਾਂ 4 ਦਿਸ਼ਾ ਦੇ ਸਭ ਉੱਚੇ ਨੀਵੇਂ ਲੋਕ ਇੱਥੋਂ ਲੈਣ ਮੁਕਤੀਆਂ ਆਉਣਗੇ ਤੇ ਕਿਸੇ ਨੇ ਸਕਣਾ ਰੋਕ। ਕਿ ਦੂਰ ਦੂਰ ਤੋਂ ਲੋਕੀ ਆਉਣਗੇ ਉੱਚੇ ਨੀਵੇਂ ਤੇ ਕੋਈ ਉਹਨਾਂ ਨੂੰ ਰੋਕੇਗਾ ਨਹੀਂ, ਟੋਕੇਗਾ ਨਹੀਂ। ਇਸ਼ਨਾਨ ਕਰਨਗੇ, ਚੌਂਕੀਆਂ ਭਰਨਗੇ, ਸੁੱਖ ਲੈਣਗੇ, ਆਨੰਦ ਲੈਣਗੇ। ਇੱਥੇ ਹੁਣ ਅਸੀਂ ਹਰਿਦੁਆਰਾ ਖੜਾ ਕਰਨਾ ਹੈ, ਹਰੀ ਮੰਦਰ ਦੀ ਸਾਜਨਾ ਕਰਨੀ ਹੈ। ਫਿਰ ਸਤਿਗੁਰੂ ਰਾਮਦਾਸ ਜੀ ਨੇ ਸਰੋਵਰ ਤਿਆਰ ਕੀਤਾ, ਹਰੀ ਮੰਦਰ ਸਾਜਨਾ ਕੀਤਾ, ਉਹ ਭਗਵਾਨ ਦਾ ਘਰ ਬਣਾਉਣਾ ਕੀਤਾ, ਜਿਸ ਭਗਵਾਨ ਦਾ ਉਹ ਅੰਮ੍ਰਿਤ ਸੀ। ਉਹ ਪਰਮਾਤਮਾ ਵਾਲਮੀਕੀ ਮਹਾਰਾਜ ਜੀ, ਜਗਤ ਗੁਰੂ, ਲੇਖ ਵਿਦਾਤਾ, ਆਦਿ ਕਵੀ, ਬਾਣੀ ਦੀ ਕਰਤਾ, ਸਿੱਖੀ ਦੀ ਕਰਤਾ, ਗਿਆਨ ਵਿਗਿਆਨ ਦੇ ਕਰਤਾ, ਸ਼ਕਤੀਆਂ ਦੇ ਮਾਲਕ ਪਾਲਕ, ਸਰਮੱਥ ਪ੍ਰਤੱਖ ਭਗਵਾਨ ਰੂਪ, ਰੱਬ ਰੂਪ। ਫਿਰ ਸਤਿਗੁਰ ਕਹਿੰਦੇ, ਰਜਨੀ ਅਸੀਂ ਸਦਕੇ ਤੇ ਬਲਿਹਾਰ, ਤੁਸੀਂ ਝੰਡਾ ਚੁੱਕੋ ਧਰਮ ਦਾ ਰਲ ਕੇ ਪਰਤਾ ਨਾਰ। ਪੂਰਨ ਬਖਸ਼ਣ ਸਤਿਗੁਰੂ, ਦਇਆ ਧਰਮ ਦੀ ਰਾਸ, ਸੇਵਾ ਨੇਕੀ ਨਿਮਰਤਾ, ਹਿਰਦੇ ਕਰੇ ਨਿਵਾਸ। ਕਿਆ ਬਾਤ ਹੈ। ਸੋ ਏਦਾਂ ਸੁਖ ਬਖਸ਼ੀ ਕੀਤਾ, ਏਦਾਂ ਆਨੰਦ ਬਖਸ਼ੀ ਕੀਤਾ ਆਪਣੇ ਭਗਤ ਪਿਆਰਿਆਂ ਨੂੰ, ਆਪਣੇ ਸ਼ਰਧਾਵਾਨ ਪ੍ਰੇਮੀਆਂ ਨੂੰ, ਜਿਨ੍ਹਾਂ ਨੂੰ ਵਿਸ਼ਵਾਸ ਹੈ, ਸਿਦਕ ਸੀ ਉਹ ਇੱਕ ਪਰਮਾਤਮਾ ਤੇ, ਉਹ ਸਾਧ ਕਵੀ ਤੇ। ਏਦਾਂ ਫਿਰ ਆਨੰਦ ਬਖਸ਼ੀ ਕਰ ਦਿੱਤਾ ਉਹਨਾਂ ਜੀਆਂ ਨੂੰ। ਹੁਣ ਦੁਨੀ ਚੰਦ ਨੂੰ ਵੀ ਸੁਨੇਹਾ ਭੇਜਿਆ ਗਿਆ, ਕਿਉਂਕਿ ਬੀਬੀ ਰਜਨੀ ਅਰਜ਼ ਕਰਦੀ, ਅਰਦਾਸ ਕਰਦੀ ਹੈ ਸਤਿਗੁਰੂ ਅੱਗੇ ਕਿ ਸਤਿਗੁਰੂ ਮਹਾਰਾਜ ਕੁਝ ਬੰਦੇ ਭੇਜਣੇ ਕਰੋ ਮੇਰੇ ਪਿਤਾ ਦੇ ਵੱਲ, ਤਾਂ ਜੋ ਉਹ ਵੀ ਇੱਥੇ ਆ ਕੇ ਦਰਸ਼ਨਦਾਰੇ ਕਰ ਲੈ, ਉਹ ਵੀ ਇੱਕ ਕੌਤਕ ਰੰਗ ਵੇਖ ਲਏ ਉਹ ਪ੍ਰਮਾਤਮਾ ਦੇ, ਉਹਨੂੰ ਵੀ ਵਿਸ਼ਵਾਸ ਹੋ ਜਾਏ ਕਿ ਹਾਂ ਕਿ ਮੇਰਾ ਹੱਕ ਪ੍ਰਵਾਨ ਹੋ ਗਿਆ ਹੈ, ਮੇਰਾ ਸੱਚ ਪ੍ਰਵਾਨ ਹੋ ਗਿਆ ਰੱਬ ਦੇ ਘਰ, ਮੇਰੀ ਭਗਤੀ ਪ੍ਰਵਾਨ ਹੋ ਗਈ ਹੈ। ਉਹ ਵੀ ਆ ਕੇ ਵੇਖ ਲਵੇ ਕਿ ਸਭ ਨੂੰ ਰਿਜ਼ਕ, ਵਸੀਲਾ, ਸੁੱਖ, ਆਨੰਦ ਦੇਣ ਵਾਲਾ ਉਹ ਪ੍ਰਮਾਤਮਾ ਹੀ ਹੈ, ਸਭ ਨੂੰ ਦੁੱਖੜੇ ਕੱਟਣ ਵਾਲਾ ਉਹ ਪ੍ਰਮਾਤਮਾ ਹੀ। ਉਹ ਵੀ ਆ ਕੇ ਵਿਸ਼ਵਾਸ ਕਰ ਲੈ। ਭੇਜੋ ਪੱਤਰ ਉਸ ਮੇਰੇ ਪਿਤਾ ਨੂੰ। ਪੱਤਰ ਭੇਜਿਆ ਗਿਆ ਸਤਿਗੁਰੂ ਰਾਮਦਾਸ ਵੱਲੋਂ, ਤੇ ਉਸੇ ਅਸਥਾਨ ਤੇ ਫਿਰ ਦੁਨੀ ਚੰਦ ਵੀ ਆਇਆ ਹੈ। ਵੇਖਿਆ ਹੈ, ਬੀਬੀ ਰਜਨੀ ਕਹਿਣ ਲੱਗੀ, ਪਿਤਾ ਜੀ ਵੇਖ ਲਓ ਉਹ ਭਗਵਾਨ ਦੇ ਰੰਗ, ਮੇਰੇ ਸਤਿਗੁਰੂ ਦੇ ਰੰਗ ਵੇਖ ਲਓ। ਤੁਸੀਂ ਵਿਸ਼ਵਾਸ ਨਹੀਂ ਕਰਦੇ, ਕਰ ਲਓ ਵਿਸ਼ਵਾਸ। ਆ ਸੁੱਖ ਬਖਸ਼ਿਆ, ਆ ਦੇਖੋ ਉਹੀ ਪਤੀ ਹੈ ਜਿਸ ਨਾਲ ਤੁਸੀਂ ਵਿਆਹੁਣਾ ਕੀਤਾ ਸੀ, ਇਹ ਉਹੀ ਪਤੀ ਹੈ, ਇੰਨਾ ਸੁੰਦਰ, ਇੰਨਾ ਹਸੀਨ, ਉਹੀ ਪਤੀ ਹੈ। ਵਿਸ਼ਵਾਸ ਕਰੋ। ਫਿਰ ਉੱਥੇ ਆ ਕੇ ਦੁਨੀ ਚੰਦ ਨੂੰ ਵੀ ਨਿਮਾਣਾ ਹੋਣਾ ਪਿਆ ਸੀ, ਨੀਵਾਂ ਹੋਣਾ ਪੈ ਗਿਆ ਸੀ, ਉਹਨੂੰ ਵੀ ਵਿਸ਼ਵਾਸ ਕਰਨਾ ਪੈ ਗਿਆ ਸੀ ਭਗਵਾਨ ਦੀ ਕਰਨੀ ਤੇ, ਕਿ ਹਾਂ ਉਹੀ ਸਭਨਾਂ ਦਾ ਅੰਨਦਾਤਾ ਹੈ, ਉਹੀ ਸੁੱਖਾਂ ਦਾ ਭੰਡਾਰ ਹੈ। ਤੇਰਾ ਸਕੋ ਆਸਰਾ ਤੋਂ ਸੁੱਖੋ ਕਾ ਭੰਡਾਰ ਹੈ। ਸੋ ਇਹ ਕਥਾ ਕਹਾਣੀ ਆਉਂਦੀ ਹੈ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੀ 43 ਅੰਗ ਤੇ, ਆਪ ਪੜ੍ਹ ਸਕਦੇ ਹੋ, ਵਿਚਾਰ ਸਕਦੇ ਹੋ। ਸੋ ਇੱਥੇ ਹੀ ਸਾਨੂੰ ਦਿਓ ਆਗਿਆ, ਇੰਨੀ ਕੀ ਹਾਜ਼ਰੀ ਦਰ ਪ੍ਰਵਾਨ ਕਰਨੀ। ਜੋ बोले सो नर पे असर में त्रिकाल सृष्टि करता वाल्मीकि देवान जी की जय, संता भगता की जय, सतगुर दे श्रद्धालुआं दी सदा सदा संसार चो जय।